ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਵਿੱਚ ਆਪਾਂ ਦੇਖਾਂਗੇ PMS ਦੇ ਵਿੱਚ ACP ਜਾਂ ਦੂਸਰੇ ਤਰ੍ਹਾਂ ਦੇ ਏਰੀਅਰ ਦੇ ਬਿੱਲ ਕਿਸ ਤਰ੍ਹਾਂ ਜਨਰੇਟ ਕੀਤੇ ਜਾ ਸਕਦੇ ਨੇ। PMS ਦੇ ਵਿੱਚ ਏਰੀਅਰ ਦਾ ਬਿੱਲ ਕ੍ਰੀਏਟ ਕਰਨ ਦੇ ਦੋ ਸਟੈਪ ਨੇ। ਪਹਿਲਾ ਸਟੈਪ ਜਿਸ ਦੇ ਵਿੱਚ ਆਪਾਂ ਏਰੀਅਰ ਦਾ ਬਿੱਲ ਜਨਰੇਟ ਕਰਦੇ ਹਾਂ ਅਤੇ ਸੇਵ ਕਰਦੇ ਹਾਂ। ਦੂਸਰਾ ਸਟੈਪ ਹੈ ਸੇਵ ਕੀਤੇ ਹੋਏ ਏਰੀਅਰ ਦੇ ਬਿੱਲ ਦਾ ਪ੍ਰਿੰਟ ਆਊਟ ਲੈਣਾ। ਸੋ ਆਪਾਂ ਦੇਖਾਂਗੇ PMS ਦੇ ਵਿੱਚ ਕਿਸ ਤਰ੍ਹਾਂ ਆਪਾਂ ਇਹ ਦੋਨੋਂ ਸਟੈਪਸ ਨੂੰ ਪੂਰਾ ਕਰ ਸਕਦੇ ਹਾਂ। ਸੋ ਆਪਾਂ ਏਰੀਅਰ ਦਾ ਬਿੱਲ ਕ੍ਰੀਏਟ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਕਲਿੱਕ ਕਰਾਂਗੇ ਪੇਰੋਲ ਮੈਨੂ ਦੇ ਉੱਪਰ। ਪੇਰੋਲ ਦੇ ਵਿੱਚ ਸੈਕੰਡ ਏਰੀਅਰ ਕੈਲਕੂਲੇਸ਼ਨ ਦੇ ਅੰਡਰ ਥਰਡ ਨੰਬਰ ਤੇ ਹੈ ਜੀ ACP / ਅਦਰ ਏਰੀਅਰ ਕੈਲਕੂਲੇਸ਼ਨ। ਜਦੋਂ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਇੱਕ ਨਵੀਂ ਵਿੰਡੋ ਓਪਨ ਹੁੰਦੀ ਹੈ। ਇਸ ਵਿੰਡੋ ਦੇ ਸਭ ਤੋਂ ਨੀਚੇ ਬਾਟਮ ਤੇ ਇੱਕ ਸਕਰੋਲ ਬਾਰ ਦਿੱਤਾ ਹੈ ਜਿਸ ਦੀ ਮਦਦ ਨਾਲ ਆਪਾਂ ਆਪਣੀ ਵਿੰਡੋ ਦੀ ਵਿਜ਼ਿਬਿਲਿਟੀ ਨੂੰ ਐਡਜਸਟ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਆਪਾਂ ਸਭ ਤੋਂ ਉੱਪਰ ਲੈਫਟ ਹੈਂਡ ਕਾਰਨਰ ਤੇ ਦਿੱਤਾਂਗੇ ਤਾਂ ਟਾਈਮ ਪੀਰੀਅਡ ਦਿੱਤਾ ਹੋਇਆ ਕਿ ਆਪਾਂ ਜੋ ਬਿੱਲ ਹੈ ਉਸ ਕਿਸ ਪੀਰੀਅਡ ਤੋਂ ਲੈ ਕੇ ਕਿਸ ਪੀਰੀਅਡ ਤੱਕ ਦਾ ਬਣਾਉਣਾ ਹੈ। ਫੋਰ ਐਗਜ਼ਾਮਪਲ ਮੈਂ ਇਸ ਕੇਸ ਦੇ ਵਿੱਚ ਜੋ ਏਰੀਅਰ ਦਾ ਬਿੱਲ ਹੈ 15 ਅਕਤੂਬਰ 2010 ਤੋਂ ਲੈ ਕੇ ਅਪ੍ਰੈਲ 2013 ਤੱਕ ਦਾ ਬਣਾਉਣਾ ਹੈ। ਸੋ ਮੈਂ ਸਭ ਤੋਂ ਪਹਿਲਾਂ ਆਪਾਂ ਟਾਈਮ ਸਿਲੈਕਟ ਕਰਾਂਗੇ। ਟਾਈਮ ਸਿਲੈਕਟ ਕਰਨ ਤੋਂ ਬਾਅਦ ਆਪਾਂ ਜਿਸ EMPLOYEE ਦਾ ਬਿੱਲ ਬਣਾਉਣਾ ਹੈ ਉਸ EMPLOYEE ਦੇ ਨਾਂ ਦੇ ਉੱਪਰ ਕਲਿੱਕ ਕਰਾਂਗੇ। EMPLOYEE ਦੇ ਨਾਂ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਆਪਾਂ ਨੇ ਉਹਨਾਂ ਦੀ ਜੋ ACP ਹੈ ਜਿਸ ਦਾ ਏਰੀਅਰ ਬਣਾਉਣਾ ਉਸ ਦੀ ਡਿਊ ਰਨ ਡਿਟੇਲਸ ਐਂਟਰ ਕਰਨੀਆਂ। ਡਿਊ ਰਨ ਡਿਟੇਲ ਐਂਟਰ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਵਾਰੀ ਇੰਸਟਰਕਸ਼ਨਸ ਪੜ੍ਹ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਇੰਸਟਰਕਸ਼ਨਸ ਵਿੱਚ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਆਪਾਂ ਨੂੰ ਇਹ ਡਿਟੇਲਸ ਐਂਟਰ ਕਰਦੇ ਸਮੇਂ ਜੋ ਧਿਆਨ ਵਿੱਚ ਰੱਖਣੀਆਂ। ਉਸ ਤੋਂ ਬਾਅਦ ਆਪਾਂ ਨੇ ਪਹਿਲਾਂ ਸਭ ਤੋਂ ਡੇਟ ਸਿਲੈਕਟ ਕਰਨੀ ਹੈ ਕਿ ਫਸਟ ਜੋ ਸਟੈਪ ਅਪ ਹੈ ਉਹ ਕਦੋਂ ਮਿਲਿਆ ਹੈ। ਇਸੇ ਤਰ੍ਹਾਂ ਆਪਾਂ ਨੇ ਪੇ ਸਕੇਲ ਸਿਲੈਕਟ ਕਰਨਾ ਹੈ ਕਿ ACP ਲੱਗਣ ਤੋਂ ਪਹਿਲਾਂ ACP ਕੇਸ ਤੋਂ ਪਹਿਲਾਂ ਉਹਨਾਂ ਦੀ ਜੋ ਪੇ ਸਕੇਲ ਸੀ ਆਪਾਂ ਨੇ ਉਹ ਸਿਲੈਕਟ ਕਰਨਾ। ਸਿਮਿਲਰਲੀ ACP ਤੋਂ ਪਹਿਲਾਂ ਜੋ ਉਹਨਾਂ ਦੀ ਗ੍ਰੇਡ ਪੇ ਚੱਲ ਰਹੀ ਸੀ ਉਹ ਜਾਣੀ ਕਿ ਜੋ ਡਰਾਨ ਹੈ ਇਸੇ ਤਰ੍ਹਾਂ ਉਹਨਾਂ ਦੀ ਜੋ ਬੇਸਿਕ ਪੇ ਉਦੋਂ ਚੱਲ ਰਹੀ ਸੀ ਆਪਾਂ ਨੇ ਉਹ ਸਿਲੈਕਟ ਕੀਤੀ। ਮੰਥ ਆਫ ਇਨਕਰੀਮੈਂਟ ਵੀ ਸਿਲੈਕਟ ਕਰ ਸਕਦੇ ਹੋ। ਸਿਮਿਲਰਲੀ ਦੂਸਰੇ ਬਲੌਕ ਦੇ ਵਿੱਚ ACP ਲੱਗਣ ਤੋਂ ਬਾਅਦ ਜੋ ਉਹਨਾਂ ਦੀ ਪੇ ਸਕੇਲ ਹੋਇਆ ਜਾਂ ਜੋ ਗ੍ਰੇਡ ਪੇ ਹੋਈ ਆਪਾਂ ਉਹ ਇੱਥੋਂ ਸਿਲੈਕਟ ਕਰ ਸਕਦੇ ਹਾਂ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਪੇ ਸਕੇਲ ਸੇਮ ਰਿਹਾ, ਗ੍ਰੇਡ ਪੇ ਆਪਾਂ ਚੇਂਜ ਕਰਦੇ ਨੇ 3600 ਤੋਂ 3800 ਹੋ ਗਈ, ਬੇਸਿਕ ਪੇ ਚੇਂਜ ਹੋ ਗਈ 22,500, ਮੰਥ ਆਫ ਇਨਕਰੀਮੈਂਟ ਸੇਮ ਰਿਹਾ। ਰੀਜ਼ਨ ਦੇ ਵਿੱਚ ਆਪਾਂ ਨੇ ਉਹ ਸਿਲੈਕਟ ਕਰਨਾ ਹੈ ਜੋ ਆਪਾਂ ਸਟੈਪ ਅਪ ਇੱਥੇ ਮੈਂਸ਼ਨ ਕਰ ਰਹੇ ਹਾਂ ਉਸ ਦਾ ਰੀਜ਼ਨ ਕੀ ਸੀ। ਉਹ ACP ਵੀ ਹੋ ਸਕਦਾ, ਪੇ ਸਕੇਲ ਰਿਵੀਜ਼ਨ ਵੀ ਹੋ ਸਕਦਾ, ਗ੍ਰੇਡ ਪੇ ਰਿਵੀਜ਼ਨ ਜਾਂ ਕੋਈ ਸਪੈਸ਼ਲ ਇਨਕਰੀਮੈਂਟ ਵੀ ਹੋ ਸਕਦਾ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਆਪਾਂ ਨੇ ਸਿਲੈਕਟ ਕੀਤਾ ACP। ਇਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਅਪ ਦੀ ਡਿਟੇਲ ਐਂਟਰ ਕਰ ਸਕਦੇ ਹਾਂ। ਇੱਥੇ ਇਹ ਧਿਆਨ ਰੱਖਣਾ ਹੈ ਕਿ ਆਪਾਂ ਨੇ ਐਨੂਅਲ ਇਨਕਰੀਮੈਂਟ ਇੱਥੇ ਐਂਟਰ ਨਹੀਂ ਕਰਨਾ ਕਿਉਂਕਿ ਐਨੂਅਲ ਇਨਕਰੀਮੈਂਟ PMS ਦੇ ਦੁਆਰਾ ਆਟੋਮੈਟਿਕਲੀ ਆਪਣੇ ਆਪ ਕੈਲਕੂਲੇਟ ਕੀਤਾ ਜਾਣਾ ਹੈ। ਐਨੂਅਲ ਇਨਕਰੀਮੈਂਟ ਆਪਾਂ ਨੇ ਤਾਂ ਹੀ ਮੈਂਸ਼ਨ ਕਰਨਾ ਹੈ ਜੇਕਰ ਐਨੂਅਲ ਇਨਕਰੀਮੈਂਟ ਅਤੇ ACP ਦੀ ਜਾਂ ਸਟੈਪ ਅਪ ਦੀ ਡੇਟ ਐਗਜ਼ੈਕਟਲੀ ਸੇਮ ਹੈ। ਅਦਰਵਾਈਜ਼ ਆਪਾਂ ਨੂੰ ਇੱਥੇ ਐਨੂਅਲ ਇਨਕਰੀਮੈਂਟ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਸਿਸਟਮ ਦੇ ਦੁਆਰਾ ਆਪਣੇ ਆਪ ਕੈਲਕੂਲੇਟ ਕੀਤਾ ਜਾਣਾ ਹੈ। ਸੋ ਇਸ ਕੇਸ ਦੇ ਵਿੱਚ ਸੈਕੰਡ ਸਟੈਪ ਅਪ ਉਹਨਾਂ ਨੂੰ ਜੋ ਮਿਲਿਆ ਉਹ ਹੈ ਸੀ 1 ਦਸੰਬਰ 2011 ਨੂੰ। ਪੇ ਸਕੇਲ ਸੇਮ ਰਿਹਾ, ਗ੍ਰੇਡ ਪੇ ਚੇਂਜ ਹੋ ਗਿਆ, ਗ੍ਰੇਡ ਪੇ 5000 ਹੋ ਗਈ। ਸਿਮਿਲਰਲੀ ਇਹਨਾਂ ਦੀ ਬੇਸਿਕ ਪੇ ਵੀ ਚੇਂਜ ਹੋ ਗਈ ਸੀ, ਮੰਥ ਆਫ ਇਨਕਰੀਮੈਂਟ ਵੀ ਚੇਂਜ ਹੋ ਗਿਆ। ਇਸ ਕਰਕੇ ਆਪਾਂ ਇੱਥੋਂ ਮੰਥ ਆਫ ਇਨਕਰੀਮੈਂਟ ਸਿਲੈਕਟ ਕਰ ਸਕਦੇ ਹਾਂ। ਮੰਥ ਆਫ ਇਨਕਰੀਮੈਂਟ ਇਸ ਤੋਂ ਬਾਅਦ ਦਸੰਬਰ ਹੋ ਗਿਆ ਔਰ ਸਿਮਿਲਰਲੀ ਡਿਊ ਦੇ ਵਿੱਚ ਵੀ ਇਹਨਾਂ ਦੀ ਬੇਸਿਕ ਪੇ ਚੇਂਜ ਹੋ ਜਾਏਗੀ। ਸਪੋਜ਼ ਇਸ ਕੇਸ ਦੇ ਵਿੱਚ ਆਪਾਂ 24,000 ਮੰਨ ਕੇ ਚੱਲਦੇ ਹਾਂ, 24,500। ਮੰਥ ਆਫ ਇਨਕਰੀਮੈਂਟ ਵੀ ਚੇਂਜ ਹੋ ਗਿਆ ਇਸ ਕਰਕੇ ਦਸੰਬਰ ਸਿਲੈਕਟ ਕੀਤਾ। ਰੀਜ਼ਨ ਦੇ ਵਿੱਚ ਆਪਾਂ ਸਿਲੈਕਟ ਕਰਾਂਗੇ ਗ੍ਰੇਡ ਪੇ ਰੀਜ਼ਨ। ਸੋ ਇਹਨਾਂ ਨੂੰ ਇਹ ਦੋ ਸਟੈਪ ਅਪ ਸੀ ਜੋ ਕਿ ਐਨੂਅਲ ਇਨਕਰੀਮੈਂਟ ਤੋਂ ਅਲੱਗ ਸੀ ਇਸ ਕਰਕੇ ਆਪਾਂ ਇਹਨੂੰ ਇੱਥੇ ਮੈਂਸ਼ਨ ਕਰ ਦਿੱਤਾ। ਇਹ ਡਿਟੇਲਸ ਐਂਟਰ ਕਰਨ ਤੋਂ ਬਾਅਦ ਆਪਾਂ ਨੇ ਨੀਚੇ ਦੇਖਣਾ ਹੈ ਕਿ ਤੁਹਾਡੇ ਉਸ ਏਰੀਏ ਦੇ ਵਿੱਚ ਜਿੱਥੇ EMPLOYEE ਕੰਮ ਕਰ ਰਿਹਾ ਉੱਥੋਂ ਦੀ HRA ਸਲੈਬ ਐਪਲੀਕੇਬਲ ਕੀ ਹੈ ਆਪਾਂ ਉਹ ਇੱਥੇ ਭਰ ਸਕਦੇ ਹਾਂ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਆਪਾਂ ਭਰਦੇ ਹਾਂ 12.5%। RA ਨਹੀਂ ਕਿਉਂਕਿ ਉਹ ਸ਼ਹਿਰੀ ਏਰੀਏ ਦੇ ਵਿੱਚ ਨੇ, RA ਨੂੰ ਆਪਾਂ ਅਨਕਲਿੱਕ ਕੀਤਾ। ਬਾਰਡਰ ਏਰੀਆ ਅਗਰ ਐਪਲੀਕੇਬਲ ਹੈ ਤਾਂ ਆਪਾਂ ਟਿਕ ਕਰਾਂਗੇ, ਨਹੀਂ ਤਾਂ ਨਹੀਂ। PF ਆਪਾਂ ਸਿਲੈਕਟ ਕਰਾਂਗੇ, EMPLOYEE GPF ਨੂੰ ਸਬਸਕ੍ਰਾਈਬ ਕਰਦੇ ਨੇ। ਇਹ ਸੈਟਿੰਗ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੇ ਕੈਲਕੂਲੇਟ ਬਟਨ ਦੇ ਉੱਪਰ ਕਲਿੱਕ ਕਰਨਾ ਹੈ। ਕੈਲਕੂਲੇਟ ਬਟਨ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਾਰੀਆਂ ਕੈਲਕੂਲੇਸ਼ਨਸ ਹੋ ਕੇ ਮੰਥ ਵਾਈਜ਼ ਆ ਜਾਂਦੀਆਂ ਨੇ ਔਰ ਉਹਨਾਂ ਦੀ ਸਮਰੀ ਸਭ ਤੋਂ ਨੀਚੇ ਦਿੱਤੀ ਹੁੰਦੀ ਹੈ ਗ੍ਰੋਸ ਏਰੀਅਰ ਤੇ ਨੈਟ ਇਨਕਮ।
ਇਸ ਏਰੀਅਰ ਕੈਲਕੂਲੇਸ਼ਨ ਤੋਂ ਬਾਅਦ ਅਗਰ ਆਪਾਂ ਇੰਪਲੋਈ ਦਾ GPF ਕੱਟਣਾ ਹੈ ਤਾਂ ਆਪਾਂ ਉਹਨਾਂ ਦਾ ਨੀਚੇ ਇੱਕ ਆਪਸ਼ਨ ਦਿੱਤੇ ਗਏ ਨੇ, ਡਿਡਕਟ ਪਰਸੈਂਟੇਜ ਆਫ ਏਰੀਅਰ ਐਜ਼ ਏ GPF। ਅਗਰ ਆਪਾਂ 10% ਕੱਟਣਾ ਤਾਂ ਆਪਾਂ ਇਹਦੇ ਇੱਥੇ 10 ਭਰਾਂਗੇ, ਉਹਨਾਂ GPF ਆਟੋਮੈਟਿਕਲੀ ਡਿਡਕਟ ਹੋ ਕੇ ਨੈਟ ਇਨਕਮ ਆ ਜਾਏਗੀ ਇੱਥੇ। ਸਿਮਿਲਰਲੀ ਅਗਰ ਆਪਾਂ GPF ਪਰਸੈਂਟੇਜ ਦੇ ਹਿਸਾਬ ਨਾਲ ਨਾ ਕੱਟ ਕੇ ਲੰਮਸਮ ਅਮਾਊਂਟ ਕੱਟਣਾ ਹੈ ਤਾਂ ਆਪਾਂ ਨੀਚੇ ਵਾਲਾ ਆਪਸ਼ਨ ਟਿਕ ਕਰਾਂਗੇ। ਇੱਥੇ ਆਪਾਂ ਸਪੋਜ਼ ਇਸ ਕੇਸ ਦੇ ਵਿੱਚ ਆਪਾਂ 5000 GPF ਕੱਟਣਾ, ਜਦੋਂ ਆਪਾਂ 5000 ਭਰਦੇ ਹਾਂ ਨਾਲ ਦੀ ਨਾਲ ਨੈਟ ਇਨਕਮ ਆਟੋਮੈਟਿਕਲੀ ਚੇਂਜ ਹੋ ਜਾਂਦੀ ਹੈ। ਇਸ ਕੇਸ ਦੇ ਵਿੱਚ ਆਪਾਂ ਨੇ 10% ਕੱਟਣਾ, ਸੋ ਮੈਂ ਸਿਲੈਕਟ ਕੀਤਾ 10% GPF। ਸਿਮਿਲਰਲੀ ਅਗਰ ਤੁਸੀਂ ਕੁਝ ਟੈਕਸ ਕੱਟਣਾ ਚਾਹੁੰਦੇ ਹੋ ਤਾਂ ਆਪਾਂ ਇੱਥੋਂ ਟੈਕਸ ਵਾਲੇ ਕਾਲਮ ਨੂੰ ਟਿਕ ਕਰਾਂਗੇ, ਔਰ ਅਗਰ ਮੈਂ 10% ਟੈਕਸ ਕੱਟਣਾ ਮੈਂ 10 ਸਿਲੈਕਟ ਕੀਤਾ, ਨਾਲ ਕਲਿੱਕ ਕੀਤਾ ਟੈਕਸ ਐਜ਼ ਅ ਪਰਸੈਂਟੇਜ, ਸੌਰੀ 10। ਸੋ 10% ਟੈਕਸ ਵੀ ਕੱਟਿਆ ਗਿਆ, ਉਹਨਾਂ ਦੀ ਨੈਟ ਇਨਕਮ ਜੋ ਆਈ ਹੈ ਉਸ ਦੇ ਵਿੱਚ GPF ਵੀ ਕਟੌਤੀ ਹੋ ਚੁੱਕੀ ਹੈ ਤੇ ਟੈਕਸ ਦੀ ਕਟੌਤੀ ਵੀ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਇਹ ਸਰ ਕੈਲਕੂਲੇਸ਼ਨਸ, ਇਹ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਆਪਾਂ ਏਰੀਆ ਨੂੰ ਸੇਵ ਕਰ ਸਕਦੇ ਹਾਂ। ਸੋ ਇਹ ਸੀ ਇੱਕ ਬਿਲਕੁਲ ਸਿੰਪਲ ਕੇਸ। ਕਈ ਵਾਰੀ ਕੁਝ ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਕੋਈ ਇੰਪਲੋਈ ਵਿੱਚੋਂ ਕੁਝ ਦਿਨ ਦੀ ਵਿਦਆਊਟ ਪੇ ਲੀਵ ਤੇ ਚਲੇ ਗਏ ਜਾਂ ਕੁਝ ਹਾਫ ਪੇ ਲੀਵ ਤੇ ਚਲੇ ਗਏ। ਅਗਰ ਉਸ ਤਰ੍ਹਾਂ ਦਾ ਕੋਈ ਕੇਸ ਹੈ ਤਾਂ ਆਪਾਂ ਨੂੰ ਕੁਝ ਐਡੀਸ਼ਨਲ ਚੇਂਜਸ ਕਰਨੀਆਂ ਪੈਣਗੀਆਂ। ਉਹਦੇ ਲਈ ਸਭ ਤੋਂ ਪਹਿਲਾਂ ਇੱਧਰ ਦਿੱਤਾ ਗਿਆ ਐਡਿਟ ਨੰਬਰ ਆਫ ਡੇਜ਼। ਜਦੋਂ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਦੋ ਕਾਲਮ ਆਉਂਦੇ ਨੇ, ਫੁੱਲ ਪੇ ਡੇਜ਼ ਤੇ ਹਾਫ ਪੇ ਡੇਜ਼। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਫੋਰ ਐਗਜ਼ਾਮਪਲ ਇੰਪਲੋਈ ਜਨਵਰੀ ਦੇ ਵਿੱਚ 10 ਦਿਨ ਦੀ ਹਾਫ ਪੇ ਲੀਵ ਲੈ ਗਏ, ਇਸ ਕਰਕੇ ਮੈਂ ਇੱਥੇ ਹਾਫ ਪੇ ਡੇਜ਼ ਦੇ ਵਿੱਚ 10 ਭਰ ਦਿੱਤਾ। ਜਦੋਂ ਆਪਾਂ ਇੱਥੇ 10 ਭਰ ਕੇ ਕਿਤੇ ਹੋਰ ਕਲਿੱਕ ਕਰਦੇ ਹਾਂ ਤਾਂ ਫੁੱਲ ਪੇ ਡੇਜ਼ ਆਟੋਮੈਟਿਕਲੀ ਆ ਜਾਂਦੇ ਨੇ। ਜਾਣੀ ਕਿ ਹੁਣ ਜਨਵਰੀ 2011 ਦੇ ਵਿੱਚ ਇਹਨਾਂ ਇੰਪਲੋਈ ਦੀ 21 ਦਿਨ ਦੀ ਪੂਰੇ ਦਿਨਾਂ ਦੀ ਤਨਖਾਹ ਕੈਲਕੂਲੇਟ ਹੋਏਗੀ ਤੇ 10 ਦਿਨਾਂ ਦੀ ਹਾਫ ਪੇ ਦੇ ਅਕੋਰਡਿੰਗਲੀ ਇਹਨਾਂ ਦਾ ਜੋ ਏਰੀਅਰ ਹੈ ਉਹ ਕੈਲਕੂਲੇਟ ਹੋਏਗਾ। ਸਿਮਿਲਰਲੀ ਫਰਵਰੀ ਦੇ ਵਿੱਚ ਇਹਨਾਂ ਨੇ ਫੁੱਲ ਮੰਥ ਹਾਫ ਪੇ ਲੀਵ ਤੇ ਰਹੇ ਨੇ, ਇਸ ਕਰਕੇ ਆਪਾਂ 28 ਇੱਧਰ ਭਰ ਦੇਵਾਂਗੇ। ਹਾਫ ਪੇ ਦੇ ਵਿੱਚ ਤੋਂ ਜੋ ਫੁੱਲ ਪੇ ਡੇਜ਼ ਹੈ ਉਹ 0 ਹੋ ਜਾਣਗੇ। ਇਸੇ ਤਰ੍ਹਾਂ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਨੰਬਰ ਆਫ ਡੇਜ਼ ਨੂੰ ਚੇਂਜ ਕਰ ਸਕਦੇ ਹੋ। ਜਦੋਂ ਹੀ ਨੰਬਰ ਆਫ ਡੇਜ਼ ਆਪਾਂ ਚੇਂਜ ਕਰਦੇ ਹਾਂ ਉਸ ਦੀਆਂ ਕੈਲਕੂਲੇਸ਼ਨਸ ਆਟੋਮੈਟਿਕਲੀ ਨਾਲ ਦੀ ਨਾਲ ਅਪਡੇਟ ਹੋ ਜਾਂਦੀਆਂ ਔਰ ਆਪਣੀ ਜੋ ਏਰੀਅਰ ਕੈਲਕੂਲੇਸ਼ਨ ਹੈ ਉਹ ਆਟੋਮੈਟਿਕਲੀ ਹੋ ਜਾਂਦੀ ਹੈ। ਸਿਮਿਲਰਲੀ ਕੁਝ ਕੇਸ ਇਸ ਤਰ੍ਹਾਂ ਦੇ ਵੀ ਹੋ ਸਕਦੇ ਨੇ ਕਿ ਜੋ ਇੰਪਲੋਈ ਜਿਸ ਦਾ ਆਪਾਂ ਏਰੀਅਰ ਕੈਲਕੂਲੇਟ ਕਰ ਰਹੇ ਹਾਂ ਉਹ ਕੁਝ ਦੇਰ ਲਈ ਪੇਂਡੂ ਏਰੀਆ ਦੇ ਵਿੱਚ ਰਹੇ ਨੇ, ਕੁਝ ਦੇਰ ਲਈ ਸ਼ਹਿਰੀ ਏਰੀਆ ਦੇ ਵਿੱਚ। ਇਸ ਦੇ ਲਈ ਆਪਾਂ ਉੱਪਰ ਇਨੇਬਲ ਮੈਨੂਅਲ ਐਡੀਟਿੰਗ ਆਫ ਅਲਾਊਂਸਿਸ ਰੇਟ ਨੂੰ ਟਿਕ ਕਰਦੇ ਹਾਂ। ਜਦੋਂ ਆਪਾਂ ਇਹ ਆਪਸ਼ਨ ਕਲਿੱਕ ਕਰਦੇ ਹਾਂ ਤਾਂ ਨੀਚੇ 4 ਕਾਲਮ ਹਾਈਲਾਈਟ ਹੁੰਦੇ ਨੇ, ਜਿੱਥੋਂ ਆਪਾਂ ਉਹਨਾਂ ਨੂੰ ਜੋ ਅਲਾਊਂਸਿਸ ਮਿਲੇ ਨੇ ਉਹਨਾਂ ਨੂੰ ਮੋਡੀਫਾਈ ਕਰ ਸਕਦੇ ਹਾਂ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਇਹ ਇੰਪਲੋਈ ਅਗਸਤ 2011 ਤੋਂ ਬਾਅਦ ਪੇਂਡੂ ਏਰੀਆ ਦੇ ਵਿੱਚ ਆ ਗਏ, ਇਸ ਕਰਕੇ ਆਪਾਂ ਇਹਨਾਂ ਦੀ ਜੋ HRA ਸਲੈਬ ਹੈ, ਜੋ HRA ਰੇਟ ਹੈ ਉਹ ਚੇਂਜ ਕਰਨਾ ਚਾਹੁੰਦੇ ਹਾਂ। ਆਪਾਂ ਇੱਥੇ ਟਿਕ ਕਰਨ ਤੋਂ ਬਾਅਦ ਇੱਥੇ ਕਰਾਂਗੇ ਆਪਾਂ 10%। ਇਸ ਤੋਂ ਬਾਅਦ ਲਗਾਤਾਰ ਇਹਨਾਂ ਨੂੰ 10% ਮਿਲਿਆ, ਇਸ ਕਰਕੇ ਆਪਾਂ ਇਸ ਵੈਲਿਊ ਨੂੰ ਸਿਲੈਕਟ ਕਰਕੇ ਨੀਚੇ ਤੱਕ ਅਖੀਰ ਤੱਕ ਕਾਪੀ ਕਰਾਂਗੇ। ਸਿਰਫ ਇੱਕ ਲਾਸਟ ਰੋ ਨੂੰ ਛੱਡ ਦੇਣਾ ਹੈ। ਇਹ ਸਿਲੈਕਟ ਕਰਨ ਤੋਂ ਬਾਅਦ ਆਪਾਂ ਕਲਿੱਕ ਕਰਨਾ ਹੈ ਕਾਪੀ ਸੇਮ ਟੂ ਸਿਲੈਕਟਡ ਸੈਲ। ਇਹ ਸਿਰਫ ਐਂਟਰੀ ਨੂੰ ਈਜ਼ੀ ਕਰਨ ਲਈ, ਅਦਰਵਾਈਜ਼ ਤੁਸੀਂ ਮੈਨੂਅਲੀ 1 ਬਾਈ 1 ਵੀ ਐਂਟਰ ਕਰ ਸਕਦੇ ਹੋ। ਸਿਮਿਲਰਲੀ ਜਦੋਂ ਇਹ ਇੰਪਲੋਈ ਪੇਂਡੂ ਏਰੀਆ ਦੇ ਵਿੱਚ ਆ ਗਏ ਉਸ ਮੰਥ ਤੋਂ ਬਾਅਦ ਇਹਨਾਂ ਨੂੰ ਰੂਰਲ ਅਲਾਊਂਸ ਵੀ ਮਿਲਣਾ ਸਟਾਰਟ ਹੋ ਗਿਆ। ਸੋ ਆਪਾਂ ਸਿਮਿਲਰ ਕਲਿੱਕ ਕਰਾਂਗੇ, 6% ਭਰਿਆ। ਫਸਟ ਸੈੱਲ ਨੂੰ ਸਿਲੈਕਟ ਕੀਤਾ, ਨੀਚੇ ਤੱਕ ਡਰੈਗ ਕਰਾਂਗੇ ਆਪਾਂ ਸਿਲੈਕਟ ਕਰਕੇ ਕਾਪੀ ਸੇਮ ਟੂ ਸਿਲੈਕਟਡ ਸੈਲਸ। ਸੋ ਜਿਵੇਂ ਹੀ ਆਪਾਂ ਕੋਈ ਵੈਲਿਊ ਮੋਡੀਫਾਈ ਕਰਦੇ ਹਾਂ ਤਾਂ ਏਰੀਅਰ ਆਟੋਮੈਟਿਕਲੀ ਅਪਡੇਟ ਹੋ ਜਾਂਦਾ ਹੈ, ਸਾਰੀਆਂ ਕੈਲਕੂਲੇਸ਼ਨਸ ਆਟੋਮੈਟਿਕਲੀ ਹੋ ਜਾਂਦੀਆਂ ਨੇ। ਅਗਰ ਕੋਈ ਕੇਸ ਕੋਈ ਰੇਅਰ ਕੇਸ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਸ ਦੇ ਵਿੱਚ PMS ਦੀਆਂ ਕੈਲਕੂਲੇਸ਼ਨਸ ਪ੍ਰੋਪਰ ਨਹੀਂ ਹੋ ਰਹੀਆਂ, ਕੋਈ ਵਾਧ ਘੱਟ ਹੈ, ਕੋਈ ਅੱਗੇ ਪਿੱਛੇ ਹੈ, ਤਾਂ ਉਸ ਦੇ ਲਈ ਇੱਕ ਆਪਸ਼ਨ ਦਿੱਤਾ ਗਿਆ ਹੈ ਇਨੇਬਲ ਮੈਨੂਅਲ ਐਡੀਟਿੰਗ ਆਫ ਏਰੀਅਰ ਅਮਾਊਂਟ। ਜਦੋਂ ਆਪਾਂ ਇਸ ਨੂੰ ਟਿਕ ਕਰਾਂਗੇ ਤਾਂ ਆਪਾਂ ਜੋ ਵੀ ਏਰੀਅਰ ਅਮਾਊਂਟ ਕੈਲਕੂਲੇਟ ਹੋਏ ਨੇ ਉਹ ਬੇਸਿਕ ਪੇ ਏਰੀਅਰ ਜਾਂ DA ਏਰੀਅਰ, HRA ਏਰੀਅਰ, ਬਾਰਡਰ HRA ਏਰੀਅਰ, RA ਏਰੀਅਰ ਜਾਂ ਕੋਈ ਮੋਬਾਈਲ ਅਲਾਊਂਸ, ਆਪਾਂ ਇਹਨਾਂ ਨੂੰ ਮੈਨੂਅਲੀ ਮੋਡੀਫਾਈ ਕਰ ਸਕਦੇ ਹਾਂ। ਆਪਾਂ ਕਲਿੱਕ ਕਰਕੇ ਵੈਲਿਊ ਨੂੰ ਚੇਂਜ ਕਰ ਸਕਦੇ ਹਾਂ। ਇਹ ਸਭ ਏਰੀਅਰ ਕੈਲਕੂਲੇਸ਼ਨ ਕਰਨ ਤੋਂ ਬਾਅਦ ਆਪਾਂ ਨੇ ਇਸ ਏਰੀਅਰ ਨੂੰ ਸੇਵ ਕਰਨਾ ਹੈ, ਜਿਸ ਦੇ ਲਈ ਨੀਚੇ ਬਟਨ ਦਿੱਤਾ ਗਿਆ ਸੇਵ ਏਰੀਅਰ। ਜਦੋਂ ਆਪਾਂ ਇਸ ਬਟਨ ਦੇ ਉੱਪਰ ਕਲਿੱਕ ਕਰਾਂਗੇ ਜੋ ਕੈਲਕੂਲੇਸ਼ਨਸ ਆਪਾਂ ਨੇ ਕੀਤੀਆਂ ਨੇ ਉਹ ਸਾਰੀਆਂ ਕੈਲਕੂਲੇਸ਼ਨਸ PMS ਦੇ ਡਾਟਾਬੇਸ ਦੇ ਵਿੱਚ ਸਟੋਰ ਹੋ ਜਾਂਦੀਆਂ ਨੇ। ਸੋ ਇੱਥੋਂ ਤੱਕ ਸੀ ਕਿ ਆਪਾਂ ਨੇ
ਏਰੀਅਰ ਦੀ ਕੈਲਕੂਲੇਸ਼ਨਸ ਕਿਸ ਤਰ੍ਹਾਂ ਕਰਨੀਆਂ ਨੇ। ਇਸ ਤੋਂ ਬਾਅਦ ਆਉਂਦਾ ਹੈ ਕਿ ਜੋ ਆਪਾਂ ਏਰੀਅਰ ਸੇਵ ਕੀਤਾ ਹੈ ਉਸ ਦਾ ਪ੍ਰਿੰਟ ਆਊਟ ਬਿੱਲ ਦਾ ਜਾਂ ਸ਼ਡਿਊਲ ਦਾ ਪ੍ਰਿੰਟ ਆਊਟ ਕਿਸ ਤਰ੍ਹਾਂ। ਏਰੀਅਰ ਆਪਾਂ ਨੇ ਸੇਵ ਕੀਤਾ ਉਸ ਦਾ ਪ੍ਰਿੰਟ ਆਊਟ ਲੈਣ ਲਈ ਆਪਾਂ ਨੇ ਕਲਿੱਕ ਕਰਨਾ ਹੈ ਰਿਪੋਰਟਸ ਦੇ ਵਿੱਚ ਸੈਕੰਡ ਆਪਸ਼ਨ ਏਰੀਅਰ ਪੇ ਬਿੱਲ ਰਿਪੋਰਟ। ਇਸ ਦੇ ਵਿੱਚ ਤੀਸਰੇ ਨੰਬਰ ਤੇ ਦਿੱਤਾ ਗਿਆ ਹੈ ਜੀ ACP ਅਦਰ ਏਰੀਅਰ ਬਿੱਲ। ਜੋ ਨਵੀਂ ਵਿੰਡੋ ਖੁੱਲਦੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਟਾਈਮ ਪੀਰੀਅਡ ਸਿਲੈਕਟ ਕਰਨਾ, ਜਿਸ ਤਰ੍ਹਾਂ ਇਸ ਐਗਜ਼ਾਮਪਲ ਵਾਲੇ ਕੇਸ ਦੇ ਵਿੱਚ ਹੈ ਸੀ ਅਕਤੂਬਰ 2010 ਤੋਂ ਅਪ੍ਰੈਲ 2013 ਤੱਕ। ਨੈਕਸਟ ਆਪਾਂ ਨੇ EMPLOYEES ਦੇ ਗੈਟ EMPLOYEE ਲਿਸਟ ਦੇ ਉੱਪਰ ਕਲਿੱਕ ਕਰਦੇ ਹਾਂ। ਜਿਸ ਵੀ EMPLOYEE ਦਾ ਆਪਾਂ ਨੇ ਏਰੀਅਰ ਸੇਵ ਕੀਤਾ ਹੈ ਉਹਨਾਂ ਦਾ ਨਾਮ ਆ ਜਾਏਗਾ। ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਸਿਰਫ ਇੱਕ EMPLOYEE ਦਾ ਆਪਾਂ ਨੇ ਏਰੀਅਰ ਬਣਾਇਆ ਹੈ, ਇਸ ਕਰਕੇ ਸਿਰਫ ਹਲੇ ਇੱਕ EMPLOYEE ਦਾ ਡਾਟਾ ਇੱਕ EMPLOYEE ਦਾ ਨਾਮ ਡਿਸਪਲੇ ਹੋ ਰਿਹਾ। ਅਗਰ ਆਪਾਂ ਨੇ ਇੱਕ EMPLOYEE ਤੋਂ ਜ਼ਿਆਦਾ ਦਾ ਏਰੀਅਰ ਦਾ ਬਿੱਲ ਸੇਵ ਕੀਤਾ ਹੋਵੇਗਾ ਤਾਂ ਉਹਨਾਂ ਦੇ ਨਾਮ ਵੀ ਇੱਥੇ ਡਿਸਪਲੇ ਹੋਣਗੇ। ਆਪਾਂ ਨੇ EMPLOYEE ਦਾ ਨਾਮ ਸਿਲੈਕਟ ਕੀਤਾ, ਪ੍ਰੀਵਿਊ ਬਿੱਲ। ਆਪਾਂ ਇੱਥੇ ਦੇਖ ਸਕਦੇ ਹਾਂ ਬਿੱਲ ਡਿਸਪਲੇ ਹੋਇਆ, ਉਹਦੇ ਵਿੱਚ ਸਿਮਿਲਰਲੀ ਜੋ ਆਮ ਆਪਾਂ ਨੂੰ ਚਾਹੀਦੇ ਨੇ ਪੇ ਇਨ ਪੇਮੈਂਟ, ਗ੍ਰੇਡ ਪੇ, ਟੋਟਲ ਬੇਸਿਕ ਪੇ, ਡੀ ਰੇਟ ਔਰ ਸਾਰੀ ਡਿਟੇਲਸ ਦਿੱਤੀਆਂ ਗਈਆਂ ਨੇ। ਜਿਸ ਤਰ੍ਹਾਂ ਫਸਟ ਕੇਸ ਦੇ ਵਿੱਚ ਸਿਰਫ 17 ਦਿਨਾਂ ਦੀ ਤਨਖਾਹ ਬਣੀ ਹੈ ਤਾਂ ਉਹ ਨਾਲ ਮੈਂਸ਼ਨ ਹੋ ਰਿਹਾ, ਨਵੰਬਰ ਦਸੰਬਰ ਜਿੰਨੇ ਮੰਥਸ ਦੇ ਨਾਲ ਮਲਟੀਪਲਾਈ ਕਰਨਾ ਉਹ ਵੀ ਆਟੋਮੈਟਿਕਲੀ ਹੋਇਆ। ਆਪਾਂ ਨੈਕਸਟ ਪੇਜ ਤੇ ਜਾ ਕੇ ਦੇਖ ਸਕਦੇ ਹਾਂ। ਇਸ ਪੇਜ ਦੇ ਉੱਪਰ ਜੋ ਆਪਾਂ ਬਿੱਲ ਦੀਆਂ ਜੋ ਬਾਹਰ ਵਾਲੀਆਂ ਸਮਰੀ ਡਿਟੇਲਸ ਹੁੰਦੀਆਂ ਨੇ ਉਹ ਦਿੱਤੀਆਂ ਗਈਆਂ ਨੇ। ਅਗਰ ਆਪਾਂ ਬਿੱਲ ਨੂੰ A4 ਦੇ ਮਲਟੀਪਲ ਪੇजेस ਦੇ ਉੱਪਰ ਪ੍ਰਿੰਟ ਕਰਨਾ, ਆਪਾਂ ਕਲਿੱਕ ਕਰਾਂਗੇ ਨੀਚੇ ਮਲਟੀਪਲ ਪੇजेस ਆਫ A4 ਸਾਈਜ਼ ਪ੍ਰੀਵਿਊ ਬਿੱਲ। ਇਸ ਤਰ੍ਹਾਂ ਆਪਾਂ ਬਿੱਲਸ ਦਾ ਪ੍ਰਿੰਟ ਲੈ ਸਕਦੇ ਹਾਂ। ਇਸ ਤਰ੍ਹਾਂ ਦੇ ਪ੍ਰਿੰਟ ਲਏ ਬਿੱਲ ਨੂੰ ਵਿਚਾਲਿਓਂ ਆਪਾਂ ਨੂੰ ਜੋੜਨਾ ਪੈਂਦਾ ਹੈ। ਇਹ ਬਿੱਲ ਦੀ ਬਾਹਰ ਵਾਲੀ ਸਾਈਡ, ਇਹ ਬਿੱਲ ਦੀ ਐਂਡ ਵਾਲੀ ਸਮਰੀ ਵਾਲਾ ਪੇਜ। ਸਿਮਿਲਰਲੀ ਅਗਰ ਆਪਾਂ ਨੇ ਜੋ ਟੈਕਸ ਦੀ ਕਟੌਤੀ ਕੀਤੀ ਗਈ ਹੈ ਉਹਨਾਂ ਦੀ ਡਿਟੇਲਸ ਜਿਹੜੀ ਆਪਾਂ ਕਲਿੱਕ ਕਰਾਂਗੇ ਟੈਕਸ ਡਿਟੇਲਸ ਪ੍ਰੀਵਿਊ ਬਿੱਲ। EMPLOYEE ਦੀ ਜੋ ਟੈਕਸ ਡਿਡਕਸ਼ਨ ਹੋਈ ਹੈ ਉਹਨਾਂ ਦੀ ਡਿਟੇਲਸ ਵਾਲਾ ਪਰਫਾਰਮ ਇੱਥੇ ਆ ਜਾਏਗਾ। ਉਸ ਤੋਂ ਬਾਅਦ GPF ਸ਼ਡਿਊਲ ਆਪਾਂ ਕਲਿੱਕ ਕਰਾਂਗੇ, ਪੇ ਸ਼ਡਿਊਲ ਏਰੀਆ ਸਿਲੈਕਟ ਕਰਾਂਗੇ GPF, ਗੈਟ EMPLOYEE ਲਿਸਟ, EMPLOYEE ਦੇ ਨਾਮ ਸਿਲੈਕਟ ਕੀਤੇ ਹੀ ਪ੍ਰੀਵਿਊ ਬਿੱਲ। ਜੋ ਉਹਨਾਂ ਦੀ ਆਪਾਂ GPF ਦੀ ਡਿਟੇਲਸ, ਜੋ GPF ਡਿਡਕਟ ਕੀਤਾ ਉਹਨਾਂ ਦੀ ਡਿਟੇਲਸ ਆ ਜਾਣਗੀਆਂ। ਇਸੇ ਤਰ੍ਹਾਂ ਆਪਾਂ ਦੂਸਰੀਆਂ ਜੋ ਡਿਟੇਲਸ ਹੈ, ਜਿਵੇਂ ਆਪਾਂ ਨੇ ਬਿੱਲ ਦੇ ਨਾਲ ਪੇ ਫਿਕਸੇਸ਼ਨ ਦੀ ਰਿਪੋਰਟ ਲਗਾਉਣੀ ਹੁੰਦੀ ਹੈ ਤਾਂ ਆਪਾਂ ਸਿਲੈਕਟ ਕਰਾਂਗੇ ਪੇ ਫਿਕਸੇਸ਼ਨ ਰਿਪੋਰਟ ਪ੍ਰੀਵਿਊ ਬਿੱਲ। ਇਹ ਜੋ ਡਿਸਪਲੇ ਹੋ ਰਹੀ ਹੈ ਇਹ ਜੋ ਪੇ ਫਿਕਸੇਸ਼ਨ ਦੀ ਡਿਟੇਲਸ ਜੋ ਆਪਾਂ ਨੇ ਬਿੱਲ ਦੇ ਨਾਲ ਲਗਾਉਣੀ ਹੁੰਦੀ ਹੈ ਇਹ ਉਹ ਹੈ। ਇਸ ਦਾ ਆਪਾਂ ਪ੍ਰਿੰਟ ਆਊਟ ਲੈ ਕੇ ਬਿੱਲ ਦੇ ਨਾਲ ਲਗਾ ਸਕਦੇ ਹਾਂ। ਅਗਰ ਆਪਾਂ ਇਹਦੇ ਵਿੱਚ ਦੇਖੀਏ ਪਹਿਲਾ ਜੋ ਸਟੈਪ ਅਪ ਸ਼ੋ ਹੋ ਰਿਹਾ ਉਹ ACP, ਦੂਸਰਾ ਐਨੂਅਲ ਇਨਕਰੀਮੈਂਟ, ਤੀਸਰਾ ਗ੍ਰੇਡ ਪੇ ਰਿਵੀਜ਼ਨ, ਚੌਥਾ ਫਿਰ ਐਨੂਅਲ ਇਨਕਰੀਮੈਂਟ। ਸੋ ਤੁਸੀਂ ਦੇਖ ਸਕਦੇ ਹੋ ਕਿ ਐਨੂਅਲ ਇਨਕਰੀਮੈਂਟ PMS ਦੇ ਦੁਆਰਾ ਆਪਣੇ ਆਪ ਲਗਾਇਆ ਗਿਆ ਔਰ ਉਹ ਆਟੋਮੈਟਿਕਲੀ ਉਹਦੇ ਵਿੱਚ ਏਰੀਅਰ ਦੇ ਵਿੱਚ ਐਡ ਕਰ ਦਿੱਤਾ ਗਿਆ ਸੀ। ਸੋ ਇਸੇ ਤਰ੍ਹਾਂ ਤੁਸੀਂ ਮਤਲਬ ਦਾ ਏਰੀਆ ਦਾ ਬਿੱਲ ਦਾ ਪ੍ਰਿੰਟ ਆਊਟ ਲੈ ਸਕਦੇ ਹੋ। ਹੋਰ ਜੋ ਆਪਸ਼ਨ ਦਿੱਤੇ ਗਏ ਨੇ ਉਹਨਾਂ ਨੂੰ ਯੂਜ਼ ਕਰ ਸਕਦੇ ਹੋ। ਥੈਂਕ ਯੂ।